सत श्री अकाल। दैनिक सवेरा च तुहाडा स्वागत है ते मैं भावना। किसानी अंदोलन नूं अज पूरे 20 दिन हो चुके ने ते किसानां दा इह अंदोलन लगातार जोश फड़दा जा रहा है ते देश विदेश दे लोकां वल्लों भी इस अंदोलन नूं पूरा समर्थन दिता जा रहा है ते किसानां वल्लों जगह जगह ते प्रोटेस्ट किया जा रहा है ते किसानी अंदोलन दे इस मुद्दे नूं लैके सीएम कैप्टन ते केजरीवाल विचकार ट्विटर वार छिड़ी ते एक दूजे ते इल्जाम लगाउंदे विखाई दिते ते दूजे पासे किसानां दे इस अंदोलन च उन्हां दा साथ देण लई समाज सेवी अन्ना हजारे अगे आए ते उन्होंने केंद्र नूं एक चिट्ठी लिखी ते भुख हड़ताल ते बैठण दी चेतावनी भी दिती ते होर अज किसानी अंदोलन दे विच की कुछ खास होया ये देखो अज 20वें दिन दी खास रिपोर्ट च। दिल्ली च किसानां दे अंदोलन नूं 20 दिन हो चुके ने अते अज भी किसान खेती बिल्लां दा विरोध पूरा डट के कर रहे ने। अज दिल्ली पुलिस वल्लों सिंघू बार्डर ते सुरक्षा वधाई गई, जिस बारे च किसानां ने बोलदे कहा है कि वो अपने हक्कां दी लड़ाई लड़ रहे ने ते जित के ही वापस जाणगे। बैरीकेडिंग ਵਧਾਈ जा रही है। ਅਸੀਂ ਕੀ ਕਹਾਂਗੇ ਜੀ, बैरीकेडिंग ਇਹਨੂੰ ਖੋਲ੍ਹਣਾ ਚਾਹੀਦਾ। बैरीकेडिंग ਇਹਨਾਂ ਦੀ ਮਜਬੂਰੀ ਹੈ। ਇਹ ਜਿੰਨਾ ਹੁਣ ਪਿੱਛੇ ਸੰਘਰਸ਼ ਚੱਲਦਾ ਹੁੰਦਾ, ਪੰਜਾਬ ਤੋਂ 700 ਟਰਾਲੀ ਇੱਕ ਵਾਰ ਆ ਰਹੀ ਹੈ, यूपी ਤੋਂ ਉੱਤਰਾਖੰਡ ਤੋਂ ਸਾਰੇ ਬਾਰਡਰ ਸੀਲ ਹੋਏ ਪਏ ਨੇ। ਹੁਣ ਇਹ ਚਾਹ ਰਹੇ ਨੇ ਕਿ ਵੀ ਇਹਦਾ ਬੈਰੀਕੇਡਰ ਵਧਾਓ ਤੇ ਇਹਨਾਂ ਨੂੰ ਇੱਥੇ ਹੀ ਰੋਕਿਆ ਜਾਏ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਰਣਨੀਤੀ ਕੀ ਹੈ? ਰੈਪਿਡ ਐਕਸ਼ਨ ਫੋਰਸ ਵੀ ਹੈ, ਦੰਗਾ ਨਿਯੰਤਰਿਤ ਬਲ ਵੀ ਹੈ ਇੱਥੇ? ਨਹੀਂ ਜੀ, ਸਰਕਾਰ ਦਾ ਤਾਂ ਜਿਹੜਾ ਸਾਡੀ ਸਿੱਖ ਕੌਮ ਹੈ ਜਾਂ ਪੰਜਾਬ ਤੋਂ ਜਿਹੜੇ ਕਿਸਾਨ ਆ ਰਹੇ ਨੇ ਉਹ ਤਾਂ ਇਹ ਚਾਹੁੰਦੇ ਹੀ ਨਹੀਂ ਸੀ ਦੰਗਾ ਕਰੇ। ਉਹ ਤੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਜੋ ਬਿੱਲ ਨੂੰ ਵਾਪਸ ਕਰਵਾਉਣ ਦੀ ਮਤਲਬ ਕਰਵਾ ਰਹੇ ਨੇ ਜੀ। दूजे पासे किसानां दे संघर्ष कारण जो आम जनजीवन प्रभावित हो रहा है उस लिए केंद्र सरकार किसानां नूं जिम्मेवार ठहरा रही है, जिस नूं लैके किसान संघर्ष कमेटी के सूबा सकत्तर सरवण सिंह पंधेर ने बयान जारी करदे कहा है कि उन्हां 1 महीना पहला ही दिल्ली आउण बारे दस्सिया सी। उन्हां नूं जंतर मंतर तक जाण तो सरकार वल्लों रोकिया गया है, इसलिए किसानां दीयां मंगां ना मन के इस दी जिम्मेवार केंद्र सरकार है। थोड़े बहुते प्रचार माध्यम ਉਹ ਇਹ ਸਾਰਾ ਠੀਕਰਾ ਕਿਸਾਨਾਂ ਸਿਰ ਭੰਨ ਰਹੇ ਵੀ ਕਿਸਾਨ ਇਹਦੇ ਲਈ ਜ਼ਿੰਮੇਵਾਰ ਆ। ਕਿਉਂ ਅਸੀਂ ਜ਼ਿੰਮੇਵਾਰ ਆ? ਅਸੀਂ 4 ਮਹੀਨੇ ਦੇ ਅੰਦੋਲਨ ਲੜ ਰਹੇ ਹਾਂ। ਇੱਥੇ 1 ਮਹੀਨਾ ਪਹਿਲਾਂ ਐਲਾਨ ਕਰਕੇ ਆਏ ਆ। ਸਾਨੂੰ ਦਿੱਲੀ ਜਾਣ ਤੋਂ ਅੱਗੇ ਜੰਤਰ ਮੰਤਰ ਜਾਂ ਹੋਰਨਾਂ ਖੁੱਲੀਆਂ ਤਾਂ ਰੋਕਿਆ ਕਿੰਨੇ ਆ? ਮੋਦੀ ਜੀ ਨੇ ਰੱਖਿਆ ਬੈਰੀਕੇਡਿੰਗ ਕਰਕੇ। ਸੋ ਇਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਆ। ਅੱਜ ਸਾਰੇ ਸਾਡੀਆਂ ਮੰਗਾਂ ਮੰਨ ਲੈਣ, ਅੱਜ ਅਸੀਂ ਵਾਪਸ ਹੋਣ ਨੂੰ ਤਿਆਰ ਆ। ਹਾਂ, ਇਹਦੇ ਨਾਲ ਕੱਲ ਜਿਹੜੇ ਰੱਖਿਆ ਮੰਤਰੀ ਦਾ ਬਿਆਨ ਆਇਆ ਕਿ ਸਾਡੇ ਜਿਹੜੇ ਖੇਤੀ ਕਾਨੂੰਨ ਆ ਉਹ ਮਾਂ ਵਰਗੇ ਆ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ। ਸਗੋਂ ਇਹ ਹੋਣਾ ਚਾਹੀਦਾ ਵੀ ਕਿਸਾਨਾਂ ਦੀ ਮਾਂ ਵਰਗੀ ਜ਼ਮੀਨ ਤੇ ਖੇਤੀ ਮੰਡੀ ਜਿਹਦੇ ਨਾਲ ਸਾਡਾ ਢਿੱਡ ਪੂਰਤੀ ਹੁੰਦੀ ਆ ਉਹ ਕਾਰਪੋਰੇਟ ਘਰਾਣਿਆਂ ਨੇ ਹਵਾਲੇ ਕਰ ਲਈ। ਜਿਹੜਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਔਰ ਇਹ ਤੋਂ ਗਾ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਲਗਾਤਾਰ ਦੇਸ਼ ਨੂੰ ਗੁੰਮਰਾਹ ਕਰਨ ਦਾ ਬਿਆਨ ਦੇ ਰਹੇ ਨੇ। ਮੋਦੀ ਜੀ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ। ਤੁਸੀਂ ਕਹੋਗੇ ਮੀਡੀਆ 'ਚ ਆ ਰਿਹਾ ਕਿ ਅਸੀਂ ਤਾਂ ਗੱਲ ਕਰਨਾ ਚਾਹੁੰਦੇ, ਉਹ ਸਿਰਫ ਇਸੇ ਕਰਕੇ ਮੀਡੀਆ 'ਚ ਗੱਲਾਂ ਕਰ ਰਹੇ ਨੇ ਵੀ ਜਿਹੜੇ ਭਾਰਤ ਦੇ ਵੱਡੇ ਹਿੱਸੇ ਨੂੰ ਬਦਨਾਮ ਜਿਹੜਾ ਵਾ ਉਹਦੇ ਵਿੱਚ ਕਿਸਾਨ ਆਗੂਆਂ ਦੀ ਬਦਨਾਮੀ ਕਿਵੇਂ ਕੀਤੀ ਜਾ ਸਕੀ ਵੀ ਕਿਸਾਨ ਅੜੀਅਰ ਰਵੱਈਆ ਅਪਣਾ ਰਹੇ ਨੇ, ਜਦ ਕਿ ਕਿਸਾਨ ਨਹੀਂ ਅੜੀਅਰ ਰਵੱਈਆ ਆ ਰਹੇ, ਕੇਂਦਰ ਅਪਣਾ ਰਹੀ ਆ। ਔਰ ਜੇ ਗੱਲ ਵੀ ਕਰਨੇ ਤਾਂ ਕਹਿੰਦੇ ਇਹ ਕਹੋ ਵੀ ਭਾਈ ਗੱਲ-ਗੁੱਲ ਕਰਨੀ ਆ ਕਰ ਲਓ, ਕਾਨੂੰਨ ਵਾਪਸ ਨਹੀਂ ਲਏ ਜਾਣੇ। ਸੋ ਇਹ ਗੱਲਾਂ ਨੇ। ਸੋ ਮੋਦੀ ਜੀ ਨੂੰ ਹੱਡ ਧਰਮੀ ਛੱਡ ਕੇ ਜਿਹੜੇ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ। खेती कानूनां नूं रद्द करने लई किसानां वल्लों स्पैशल सैशन बुलाउण दी गल कही सी, जिस नूं ना मन्नण दा केंद्र ने फैसला ले लिया, क्योंकि केंद्र सरकार वल्लों विंटर सैशन ना बुलाउण दा फैसला लिया है। केंद्र सरकार दा कहना है कि दिल्ली विच हालात स्थिर नहीं हन, इसलिए कोरोना भी वध सकदा है ते इसलिए विंटर सैशन नूं ना बुलाउण दा फैसला लिया गया। किसान लगातार ये मंग कर रहे सीगे कि स्पैशल सैशन लोक सभा दा बुलाया जाए ते तीनों कानून जिहड़े ने रद्द कराए जाण, पर लगदा नहीं ये ਮੰਗ ਸਰਕਾਰ ਮੰਨੇਗੀ, ਕਿਉਂਕਿ ਸਰਕਾਰ ਨੇ ਅੱਜ ਬਕਾਇਦਾ ਤੌਰ ਤੇ ਇੱਕ ਲੈਟਰ ਜਾਰੀ ਕੀਤਾ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਵਿੰਟਰ ਸੈਸ਼ਨ ਹਰ ਵਾਰ ਦਸੰਬਰ ਮਹੀਨੇ ਦੇ ਵਿੱਚ ਸੈਸ਼ਨ ਹੁੰਦਾ ਸੀ, ਉਹਦੇ ਵਿੱਚ ਕਈ ਚੀਜ਼ਾਂ ਡਿਸਕਸ਼ਨ ਹੁੰਦੀਆਂ ਸੀ, ਉਹ ਇਸ ਵਾਰ ਨਹੀਂ ਹੋਏਗਾ, ਉਹ ਕੈਂਸਲ ਕਰ ਦਿੱਤਾ ਗਿਆ ਹੈ। ਹੁਣ ਜਨਵਰੀ ਦੇ ਐਂਡ ਦੇ ਵਿੱਚ ਹੀ ਬਜਟ ਸੈਸ਼ਨ ਹੀ ਹੋਏਗਾ
ਇੱਕ ਲੈਟਰ ਬਕਾਇਦਾ ਤੌਰ ਤੇ ਜਾਰੀ ਕੀਤਾ ਗਿਆ ਹੈ ਪ੍ਰਹਲਾਦ ਜੋਸ਼ੀ ਜਿਹੜੇ ਕਿ ਪਾਰਲੀਮੈਂਟ ਅਫੇਅਰ ਮਿਨਿਸਟਰੀ ਸਾਂਭਦੇ ਨੇ ਕਿ ਕੋਰੋਨਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਦਿੱਲੀ ਦੇ ਵਿੱਚ ਸਿਚੁਏਸ਼ਨ ਖਰਾਬ ਹੈ। ਇਸ ਕਰਕੇ ਸਾਰੀਆਂ ਪਾਰਟੀਆਂ ਨੇ ਮਿਲ ਕੇ ਸਾਰਿਆਂ ਦੇ ਵਿਊ ਲਏ ਨੇ ਤੇ ਇਸ ਕਰਕੇ ਸੋਚਿਆ ਗਿਆ ਹੈ ਕਿ ਵਿੰਟਰ ਦੇ ਵਿੱਚ ਸਰਦੀਆਂ ਦੇ ਵਿੱਚ ਕੋਰੋਨਾ ਦੇ ਕੇਸ ਹੋਰ ਵੱਧ ਸਕਦੇ ਨੇ। ਇਹ ਖਦਸ਼ਾ ਜ਼ਾਹਿਰ ਕੀਤਾ ਹੈ ਤੇ ਇਸ ਕਰਕੇ ਹੁਣ ਜਨਵਰੀ ਦੇ ਐਂਡ ਦੇ ਵਿੱਚ ਜਦੋਂ ਬਜਟ ਸੈਸ਼ਨ ਹੋਏਗਾ ਉਹੀ ਲੱਗੇਗਾ, ਇਸ ਤੋਂ ਪਹਿਲਾਂ ਸੈਸ਼ਨ ਨਹੀਂ ਹੋਏਗਾ। ਇਹ ਵੀ ਹਵਾਲਾ ਦਿੱਤਾ ਗਿਆ ਕਿ ਕੋਰੋਨਾ ਕਰਕੇ ਹੀ ਜਿਹੜਾ ਜੀ ਮਾਨਸੂਨ ਸੈਸ਼ਨ ਸੀ ਉਹ ਲੇਟ ਹੋ ਗਿਆ ਸੀ, ਸਤੰਬਰ ਦੇ ਵਿੱਚ ਹੋਇਆ ਤੇ ਕਾਫੀ ਪ੍ਰੋਡਕਟਿਵ ਰਿਹਾ। ਤਾਂ ਉਸ ਤੋਂ ਬਾਅਦ ਹੁਣ ਇਹ ਖਦਸ਼ਾ ਜ਼ਾਹਿਰ ਹੋ ਰਿਹਾ ਕਿ ਸਰਦੀਆਂ ਦੇ ਵਿੱਚ ਹੋਰ ਵਾਧਾ ਹੋ ਸਕਦਾ, ਇਸ ਕਰਕੇ ਉਹ ਨਹੀਂ ਕਰ ਰਹੇ ਨੇ। ਇੱਕ ਬੜੇ ਦਿਨਾਂ ਦੀ ਮੰਗ ਜਿਹੜੇ ਕਿਸਾਨ ਅੰਦੋਲਨ 'ਚ ਬੈਠੇ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਏ ਤੇ ਤਿੰਨੋਂ ਕਾਨੂੰਨ ਜਿਹੜੇ ਨੇ ਉਹ ਪਾਰਲੀਮੈਂਟ 'ਚ ਰੱਦ ਹੋਣ ਤੇ ਨਵਾਂ ਕਾਨੂੰਨ ਬਣਾਉਣਾ ਹੋਵੇਗਾ ਉਹ ਪੁੱਛ ਕੇ ਬਣਾਇਆ ਜਾਏ ਕਿਸਾਨਾਂ ਨੂੰ। ਪਰ ਹੁਣ ਲੱਗਦਾ ਨਹੀਂ ਉਸ ਮੰਗ ਪੂਰੀ ਹੋਏਗੀ ਕਿਉਂਕਿ ਵਿੰਟਰ ਸੈਸ਼ਨ ਹੀ ਨਹੀਂ ਹੋ ਰਿਹਾ ਤਾਂ ਸਪੈਸ਼ਲ ਸੈਸ਼ਨ ਸਰਕਾਰ ਕਿਸ ਤਰ੍ਹਾਂ ਬੁਲਾਏਗੀ। ਤੇ ਵਿੰਟਰ ਸੈਸ਼ਨ ਅਗਰ ਹੁੰਦਾ ਤੇ ਉਮੀਦ ਜਾਗੀ ਸੀ ਕਿ ਵਿਪਕਸ਼ ਹੰਗਾਮਾ ਕਰਕੇ ਜਾਂ ਕੁਝ ਹੋਰ ਕਰਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਦਾ। 3 ਸੰਸਦ ਪੰਜਾਬ ਕਾਂਗਰਸ ਦੇ ਉਹ ਵੀ ਲਗਾਤਾਰ ਜੰਤਰ ਮੰਤਰ ਦੇ ਧਰਨੇ ਤੇ ਬੈਠੇ ਹੋਏ ਨੇ ਇਸੀ ਮੰਗ ਦੇ ਵਿੱਚ ਕਿ ਵਿੰਟਰ ਸੈਸ਼ਨ ਬੁਲਾਇਆ ਜਾਏ ਤੇ ਸਪੈਸ਼ਲ ਸੈਸ਼ਨ ਬੁਲਾਇਆ ਜਾਏ। ਪਰ ਹੁਣ ਇਹ ਲਗਭਗ ਸਾਫ਼ ਕਰ ਦਿੱਤਾ ਗਿਆ ਸਰਕਾਰ ਨੇ ਕਿ ਅਸੀਂ ਹੁਣ ਵਿੰਟਰ ਸੈਸ਼ਨ ਨਹੀਂ ਬੁਲਾਉਣਾ ਹੈ, ਜਨਵਰੀ ਦੇ ਵਿੱਚ ਹੀ ਸੈਸ਼ਨ ਬੁਲਾਇਆ ਜਾਏਗਾ। ਤਾਂ ਹੁਣ ਦੇਖਣਾ ਹੋਏਗਾ ਸਰਕਾਰ ਕਿਸਾਨਾਂ ਨੂੰ ਕਿਸ ਤਰ੍ਹਾਂ ਮਨਾ ਪਾਉਂਦੀ ਹੈ ਜਿਹੜੇ ਜੀ ਲਗਾਤਾਰ ਜਿਨ੍ਹਾਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਰਿਹਾ, ਲਗਾਤਾਰ ਬਾਕੀ ਸਟੇਟਸ ਤੋਂ ਵੀ ਜਿਨ੍ਹਾਂ ਨੂੰ ਸਮਰਥਨ ਮਿਲ ਰਿਹਾ, ਸਰਕਾਰ ਕਿਸ ਤਰ੍ਹਾਂ ਹੱਲ ਕੱਢੇਗੀ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਸਾਫ਼ ਹੋ ਗਿਆ ਕਿ ਹੁਣ ਵਿੰਟਰ ਸੈਸ਼ਨ ਸ਼ੀਤਕਾਲੀਨ ਸੱਤਰ ਨਹੀਂ ਹੋਏਗਾ। ਸਾਲ ਦੇ ਵਿੱਚ ਇੱਕ ਮਾਨਸੂਨ ਸੈਸ਼ਨ ਹੁੰਦਾ ਹੈ, ਇੱਕ ਬਜਟ ਸੈਸ਼ਨ ਹੁੰਦਾ ਹੈ ਤੇ ਇੱਕ ਵਿੰਟਰ ਸੈਸ਼ਨ ਹੁੰਦਾ। 3 ਸੈਸ਼ਨ ਹੁੰਦੇ ਨੇ, ਉਹਨਾਂ ਵਿੱਚ ਚਰਚਾਵਾਂ ਹੁੰਦੀਆਂ ਨੇ। ਪਰ ਕੋਰੋਨਾ ਦੇ ਕਰਕੇ ਇਸ ਵਾਰ ਮਾਨਸੂਨ ਸੈਸ਼ਨ ਡਿਲੇ ਸੀਗਾ ਤੇ ਅੱਗੇ ਹੁਣ ਵਿੰਟਰ ਸੈਸ਼ਨ ਸਕਿਪ ਕਰ ਦਿੱਤਾ ਗਿਆ, ਸਿੱਧਾ ਬਜਟ ਸੈਸ਼ਨ ਹੀ ਜਾ ਕੇ ਹੋਏਗਾ। ਕਿਸਾਨਾਂ ਦਾ ਅੰਦੋਲਨ ਹੁਣ ਪੂਰੀ ਦੁਨੀਆ ਵਿੱਚ ਨਾਮ ਖੱਟ ਰਿਹਾ ਹੈ। ਇਸ ਸੰਘਰਸ਼ ਨੂੰ ਜਿੱਥੇ ਦੇਸ਼ ਦੇ ਅਲੱਗ-ਅਲੱਗ ਵਰਗਾਂ ਦਾ ਸਮਰਥਨ ਮਿਲਿਆ ਹੈ, ਉੱਥੇ ਅੰਨਾ ਹਜ਼ਾਰੇ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਨੇ। ਉਹਨਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਮੇਤ ਉਹਨਾਂ ਦੀਆਂ तमाम ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿੱਚ ਕੇਂਦਰ ਨੂੰ ਅਸਫਲ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅੰਨਾ ਹਜ਼ਾਰੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਜਨ ਅੰਦੋਲਨ ਵੀ ਕਰਨਗੇ। ਉਹਨਾਂ ਕਿਹਾ ਹੈ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਨੂੰ ਲੋਕਪਾਲ ਅੰਦੋਲਨ ਨੇ ਹਿਲਾ ਕੇ ਰੱਖ ਦਿੱਤਾ ਸੀ ਤੇ ਮੈਂ ਇਹਨਾਂ ਕਿਸਾਨਾਂ ਦੇ ਵਿਰੋਧ ਨੂੰ ਵੀ ਉਸੇ ਤਰ੍ਹਾਂ ਨਾਲ ਦੇਖ ਰਿਹਾ, ਜਿਸ ਨੂੰ ਮੇਰਾ ਪੂਰਾ ਸਮਰਥਨ ਹੈ। ਕਿਸਾਨਾਂ ਦੇ ਸੰਘਰਸ਼ 'ਚ ਸਮਰਥਨ ਦੇਣ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਦਿੱਲੀ ਪਹੁੰਚੇ, ਜਿੱਥੇ ਉਹਨਾਂ ਕਿਹਾ ਕਿ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੱਕ ਤੇ ਸੱਚ ਦੀ ਲੜਾਈ ਬਿਲਕੁਲ ਸਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਜ਼ਰੀਏ ਹੀ ਸਾਡੇ ਤੱਕ ਰੋਟੀ ਪਹੁੰਚਦੀ ਹੈ, ਜਿਸ ਲਈ ਕਿਸਾਨ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਤੇ ਮੈਂ ਸਮਝਦਾ ਕਿ ਆਪਾਂ ਸੁਣਦੇ ਪਏ ਸੀ ਜਾਂ ਦੇਖਦੇ ਪਏ ਸੀ ਚੈਨਲਾਂ ਰਾਹੀਂ ਜਾਂ ਅਖਬਾਰਾਂ ਰਾਹੀਂ ਪੜ੍ਹ ਰਹੇ ਸੀ, ਪਰ ਇੱਥੇ ਆ ਕੇ ਜਿਹੜਾ ਦੇਖਿਆ ਉਹ ਇਉਂ ਲੱਗਾ ਕਿ ਜਿਹੜਾ ਆਪਾਂ ਸੁਣਦੇ ਤੇ ਪੜ੍ਹਦੇ ਪਏ ਸੀ ਉਹ ਝੂਠ ਨਹੀਂ, ਉਹ ਬਿਲਕੁਲ ਸੱਚ ਸੀ। ਬੜੀ ਕਿਰਪਾ ਹੈ, ਪੂਰਾ ਜਿਵੇਂ ਪੰਜਾਬ ਹੀ ਅਜੇ ਤੇ ਇਕੱਠਾ ਹੋ ਗਿਆ ਹੈ। ਪੰਜਾਬ ਕੀ ਹਰਿਆਣਾ ਮਹਾਰਾਸ਼ਟਰ ਕਿਸਾਨਾਂ ਨੂੰ ਹਰ ਵਰਗ ਦਾ ਪੂਰਾ ਸਹਿਯੋਗ ਮਿਲ ਰਿਹਾ ਤੇ ਮੈਂ ਸਮਝਦਾ ਕਿ ਕਿਸਾਨਾਂ ਲਈ ਇੱਕ ਬਹੁਤ ਪੋਜ਼ਿਟਿਵ ਗੱਲ ਹੈ ਕਿ ਬਿਨਾਂ ਕਿਸੇ ਮਜ਼ਹਬ ਦੇ ਵਿਤਕਰੇ ਤੋਂ ਲੈ ਕੇ ਬਿਨਾਂ ਜਾਤ ਪਾਤ ਧਰਮ ਦੇ ਵਿਤਕਰੇ ਹਰ ਬੰਦਾ ਉਹਨਾਂ ਨੂੰ ਸਹਿਯੋਗ ਦੇ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਕਿਸਾਨ ਜੋ ਆਪਣੀਆਂ ਮੰਗਾਂ ਮਨਾ ਰਹੇ ਹਨ, ਜੋ ਸੱਚ ਲਈ ਲੜ ਰਹੇ ਹਨ, ਉਹ ਬਿਲਕੁਲ ਸਹੀ ਹਨ, ਬਿਲਕੁਲ ਉਹ ਸਹੀ ਹਨ। ਇਸ ਲਈ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਆਪਾਂ ਰੋਜ਼ ਰੋਟੀ ਖਾਂਦੇ ਤੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਕਿ ਉਸ ਮਾਲਕ ਨੇ ਸਾਨੂੰ ਰੋਟੀ ਦਿੱਤੀ ਹੈ, ਅਸੀਂ ਖਾ ਰਹੇ ਹਾਂ। ਤੇ ਮੈਂ ਕਹਿੰਦਾ ਨਾਲ ਕਿਸਾਨ ਦਾ ਵੀ ਸ਼ੁਕਰਾਨਾ ਕਰਿਆ ਕਰੀਏ ਕਿ ਜਿਸ ਕਿਸਾਨ ਨੂੰ ਜਰੀਆ ਬਣਾਇਆ ਮਾਲਕ ਨੇ, ਪ੍ਰਮਾਤਮਾ ਨੇ, ਵੀ ਸਾਡੇ ਤੱਕ ਉਹ ਅੰਨ ਪਹੁੰਚਾਉਣ ਦਾ, ਜਿਸ ਅੰਨ ਨੂੰ ਖਾ ਕੇ ਸਾਡਾ ਸਰੀਰ ਚੱਲਦਾ, ਅਸੀਂ ਜਿਉਂਦੇ ਹਾਂ। ਤੇ ਐਸੇ ਕਿਸਾਨ ਦੇ ਪਿੱਛੇ ਸਾਨੂੰ ਬਿਲਕੁਲ ਖੜਨਾ ਚਾਹੀਦਾ ਹੈ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਹਰ ਵਰਗ ਦਾ ਬੰਦਾ ਕਿਸੇ ਨਾ ਕਿਸੇ ਤਰ੍ਹਾਂ, ਭਾਵੇਂ ਕੋਈ ਨੌਕਰੀ ਵਾਲਾ, ਭਾਵੇਂ ਕੋਈ ਬਿਜ਼ਨਸਮੈਨ ਹੈ, ਕੋਈ ਮਜ਼ਦੂਰੀ ਕਰਦਾ, ਕਿਸੇ ਵੀ ਕਿੱਤੇ ਨਾਲ ਜੁੜਿਆ, ਉਹ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ। ਕਿਉਂਕਿ ਰੋਟੀ ਤਾਂ ਹਰ ਇੱਕ ਨੇ ਖਾਣੀ ਹੈ, ਰੋਟੀ ਪ੍ਰਧਾਨ ਮੰਤਰੀ ਨੇ ਵੀ ਖਾਣੀ ਤੇ ਰੋਟੀ ਰਿਕਸ਼ੇ ਵਾਲਿਆਂ ਨੇ ਵੀ ਖਾਣੀ ਹੈ, ਇਸ ਲਈ ਰੋਟੀ ਦੇ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਹੈ। ਇਸ ਲਈ ਮੈਂ ਸਮਝਦਾ ਕਿ ਕਿਸਾਨਾਂ ਨੂੰ
ਪੂਰਨ ਸਹਿਯੋਗ ਦੇਣਾ ਚਾਹੀਦਾ ਹੈ, ਕਿਉਂਕਿ ਉਹ ਵਿਚਾਰੇ ਆਪਣੇ ਘਰ ਦੇ ਸੁੱਖ ਤਿਆਗ ਕੇ ਅੱਜ ਇੰਨੀ ਠੰਡ ਦੇ ਵਿੱਚ ਆ ਕੇ ਦੇਖੋ ਕਿੰਨੇ ਦਿਨਾਂ ਤੋਂ ਪਿੱਛੇ ਪਰਿਵਾਰਾਂ ਸਮੇਤ ਬੱਚੇ ਬੀਬੀਆਂ ਤੇ ਇੱਥੇ ਬੈਠੇ ਹਨ। ਪਰ ਮੈਂ ਸਮਝਦਾ ਕਿ ਸਾਨੂੰ ਲੱਗਦਾ ਉਹ ਉਹਨਾਂ ਨੂੰ ਠੰਡ ਲੱਗਦੀ ਹੋਗੀ, ਪਰ ਜੋ ਉਹਨਾਂ ਦਾ ਹੌਸਲਾ ਦੇਖਿਆ, ਉਹਨੇ ਦ੍ਰਿੜਤਾ ਦੇਖੀ ਹੈ, ਉਹਨਾਂ ਦਾ ਨਿਸ਼ਚਾ ਦੇਖਿਆ, ਉਹ ਬਹੁਤ ਚੜ੍ਹਦੀ ਕਲਾ 'ਚ ਹਨ। ਕਿਸਾਨੀ ਅੰਦੋਲਨ ਦੇ 20ਵੇਂ ਦਿਨ ਦੀ ਖਾਸ ਰਿਪੋਰਟ ਤੇ ਇਹ ਅੰਦੋਲਨ ਹੋਰ ਕਿੰਨੇ ਦਿਨ ਚੱਲਦਾ ਹੈ, ਇਹ ਵੇਖਣ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।